ਅੱਜ ਅਸੀਂ ਨਿਕਲੇ ਆ। ਪਹਿਲਾਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਪ੍ਰੋਟੈਸਟ ਕੀਤਾ, ਲੇਕਿਨ ਸਰਕਾਰ ਦੇ ਕੋਈ ਜੂੰ ਨਹੀਂ ਸਰਕੀ। ਸਰਕਾਰ ਨੂੰ ਜਾਣ ਜਾਣਾ ਚਾਹੀਦਾ ਆ ਕਿ ਅਜੇ ਤੇ ਇਹ ਗਾਣੇ ਚੱਲਦੇ ਪਏ ਆ ਕਿ ਜੇ ਸਾਡੀ ਸਾਡੀ ਜ਼ਮੀਨ 'ਚ ਪੈਰ ਪੈ ਗਿਆ ਤੇ ਉਹ ਵੱਢਾਂਗੇ। ਅੱਜ ਤੇਰੇ ਘਰ ਤੇ ਚੜ੍ਹ ਕੇ ਆਏ ਆ, ਔਰ ਜਿੱਦਾਂ ਕਿਸਾਨਾਂ ਨੇ ਇਹਨਾਂ ਦੇ ਨਾਕੇਬੰਦੀ ਤੋੜੀ ਆ ਉਹਦੇ ਤੋਂ ਇਹ ਸਬਕ ਲੈ ਲੈਣ। ਨਹੀਂ ਤੇ ਅੱਜ ਅਸੀਂ ਦਿੱਲੀ ਦੇ ਬੈਠੇ ਆ, ਹਿੱਕ ਤੇ ਚੜ੍ਹ ਗਏ ਆ ਤੇ ਸਿਰ ਭੰਨਦਿਆਂ ਟਾਈਮ ਨਹੀਂ ਲੱਗਣਾ। ਇਹਦੀਆਂ ਐਗਜ਼ਾਮਪਲਾਂ ਸਾਡੇ ਨੌਜਵਾਨ ਕਿਸਾਨ ਜਥੇਬੰਦੀਆਂ ਦੇ ਚੁੱਕੀਆਂ ਨੇ। ਜਿਸ ਟਰੱਕ ਦੀ ਮੇਰੀ ਵੀਡੀਓ ਵਾਇਰਲ ਹੁੰਦੀ ਆ, 2 ਨੰਬਰ ਤੇ ਟਰੱਕ ਖੜਾ ਸੀਗਾ ਔਰ ਵੱਡਾ ਟ੍ਰੇਲਰ ਹੀ ਉੱਤੇ ਉਹਨਾਂ ਨੇ ਪਰਲੂ ਲੋਡ ਕੀਤਾ ਹੋਇਆ ਸੀਗਾ, ਰੋਡ ਲੋਰਲ। ਤੇ ਜਦੋਂ ਉਹਦੀ ਮੈਂ ਬਾਰੀ ਖੋਲ ਕੇ ਦੇਖੀ ਤਾਂ ਉਹਦੇ ਵਿੱਚ ਨਾ ਚਾਬੀ ਲੱਗੀ ਹੋਈ ਸੀਗੀ। ਮੈਂ ਹੌਸਲਾ ਕਰਕੇ ਜਕਾਰਾ ਛੱਡਿਆ ਤੇ ਅਸੀਂ ਟਰੱਕ ਤੇ ਚੜ੍ਹ ਕੇ ਡਰਾਈਵਿੰਗ ਆਉਂਦੀ ਸੀਗੀ ਤੇ ਪਿੱਛੇ ਨੂੰ ਲਾ ਕੇ ਉਹਨੂੰ ਧੱਕਾ ਤੇ ਕਰਤਾ ਜੀ ਸਾਈਡ ਤੇ ਪੁਲਿਸ ਵਾਲਿਆਂ ਨੇ ਬਹੁਤ ਕੋਸ਼ਿਸ਼ ਕੀਤੀ। ਖੱਬੀ ਬਾਰੀ ਤੋਂ ਚੜ੍ਹ ਕੇ ਕੁਝ ਮੁਲਾਜ਼ਮ ਉਹਨਾਂ ਨੇ ਤੇ ਮਾਰ ਕੇ ਡਾਂਗਾ ਖੱਬੀ ਬਾਂਹ ਦਾ ਤੇ ਪੂਰੀ ਤਸੱਲੀ ਨਾਲ ਕਹਿੰਦੇ ਉੱਤਰ। ਮੈਂ ਮਾਰੋ ਰੱਜ ਕੇ ਜਿੰਨਾ ਕੁ ਮਾਰਿਆ ਜਾਣਾ, ਤੁਹਾਡਾ ਕੰਮ ਮਾਰਨਾ, ਮੇਰਾ ਕੰਮ ਹੈ ਇਹਨੂੰ ਕਲੀਅਰ ਕਰਨਾ। ਤੇ ਸੱਜੀ ਬਾਰੀ ਤੋਂ ਉਹਨਾਂ ਨੇ ਕੋਸ਼ਿਸ਼ ਕੀਤੀ ਬਾਰ-ਬਾਰ ਕੱਢ ਕੇ ਇਹਨੂੰ ਬਾਹਰ ਲਿਆਈਏ, ਪਰ ਜਿਹੜਾ ਮੇਰਾ ਟਾਰਗੇਟ ਸੀਗਾ, ਜੋ ਮੈਂ ਧਿਆ ਕੇ ਚੜਿਆ ਸੀਗਾ, ਉਹਨੂੰ ਕਰਨ 'ਚ ਕਾਮਯਾਬ ਰਿਹਾ। ਇਹਨਾਂ ਦੀ ਕੋਸ਼ਿਸ਼ ਸੀ ਵੀ ਕਿਸੇ ਤਰ੍ਹਾਂ ਕੱਢ ਕੇ ਇਹਨੂੰ ਆਪਣੀ ਚਪੇਟ 'ਚ ਲਈਏ, ਪਰ ਮੇਰਾ ਟਾਰਗੇਟ ਸੀਗਾ ਕਿ ਮੈਂ ਇਹਨਾਂ ਦੇ ਹੱਥ ਨਹੀਂ ਆਣਾ, ਇਹਨਾਂ ਤੋਂ ਬਚ ਕੇ ਨਿਕਲਣਾ ਕਿਸੇ ਤਰ੍ਹਾਂ। ਤੇ ਫਿਰ ਉਦੋਂ ਇਹਨਾਂ ਤੋਂ ਜੰਪ ਕਰਕੇ ਮੈਂ ਇਹਨਾਂ ਨੂੰ ਕਲੀਅਰ ਕਰਕੇ ਇਹਨਾਂ ਦੇ ਉੱਪਰ ਹੀ ਛਾਲ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨੀ ਦੇ ਇਸ ਮੋਰਚੇ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮਿਸਾਲਾਂ ਹੌਸਲੇ ਦੀਆਂ ਦੇਖਣ ਨੂੰ ਮਿਲੀਆਂ। ਬਹੁਤ ਸਾਰੇ ਨੌਜਵਾਨ ਅਜਿਹੇ ਦਿਖੇ ਜੋ ਟਾਕਰਾ ਕਰਦੇ ਨਜ਼ਰ ਆਏ ਜਾਂ ਫਿਰ ਕਿਸਾਨਾਂ ਨੂੰ ਬਚਾਉਂਦੇ ਨਜ਼ਰ ਆਏ। ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਕਿ ਇੱਕ ਨੌਜਵਾਨ ਜੋ ਟਰੱਕ ਦੇ ਵਿੱਚ ਸਵਾਰ ਹੋਇਆ ਸੀ ਤੇ ਪੁਲਿਸ ਵਾਲੇ ਉਸ ਨੂੰ ਰੋਕ ਰਹੇ ਸੀ, ਕਿਉਂਕਿ ਟਰੱਕ ਉਹ ਕਿਤੇ ਨਾ ਕਿਤੇ ਲਾਏ ਗਏ ਸੀ ਕਿਸਾਨਾਂ ਨੂੰ ਰੋਕਣ ਦੇ ਲਈ। ਪਰ ਉਹ ਨੌਜਵਾਨ ਜੋ ਇੰਦਰਪਾਲ, ਜਿਸ ਦਾ ਨਾਮ ਹੈ, ਗੁਰਦਾਸਪੁਰ ਤੋਂ ਹੈ, ਸਾਡੇ ਨਾਲ ਹੈ, ਟਰੱਕ ਪਾਸੇ ਕੀਤਾ ਹੌਸਲੇ ਦੇ ਨਾਲ ਤੇ ਇੱਕੋ ਦਮ ਵਿੱਚ ਵੜਦਾ ਆ ਤੇ ਉਦੋਂ ਬਾਅਦ ਉਹ ਹੀਰੋ ਬਣ ਜਾਂਦਾ ਆ। ਇੰਦਰਪਾਲ, ਅੱਜ ਹੀਰੋ, ਕਿਸਾਨਾਂ ਦੇ ਹੀਰੋ ਜਾਂ ਪੂਰੇ ਪੰਜਾਬ ਦੇ ਹੀਰੋ, ਪਹਿਲਾਂ ਤਾਂ ਕਿੱਦਾਂ ਦਾ ਲੱਗ ਰਿਹਾ? ਨਹੀਂ ਜੀ, ਇਹ 'ਚ ਤੇ ਹੀਰੋ ਵਾਲੀ ਕੋਈ ਗੱਲ ਨਹੀਂ ਆ। ਅਸੀਂ ਤੇ ਆਪਣੇ ਹੱਕ ਲੈਣ ਵਾਸਤੇ ਘਰੋਂ ਆਏ ਸੀਗੇ, ਔਰ ਜਿਹੜੀ ਇਹ ਸੇਵਾ ਲੱਗੀ ਹੈ ਤੇ ਮਹਾਰਾਜ ਨੇ ਆਪੇ ਆਪਣੇ ਸਿਰ ਤੇ ਹੱਥ ਰੱਖ ਕੇ ਸਾਡੇ ਕੋਲ ਸੇਵਾ ਲਈ ਆ, ਕਿਉਂਕਿ ਹਰੇਕ ਮੰਜ਼ਿਲ ਤੇ ਪਹੁੰਚਣ ਵਾਸਤੇ ਕੋਈ ਨਾ ਕੋਈ ਰਸਤਾ ਚਾਹੀਦਾ ਹੁੰਦਾ। ਇਹ ਤਾਂ ਸਾਰਾ ਕੁਝ ਮਹਾਰਾਜ ਦਾ ਭਾਣਾ ਆ ਜੋ ਇਹ ਕਲਾ ਵਰਤੀ ਆ। ਤੇ ਇੱਕ ਜਿਹੜਾ ਲੰਬੇ ਸਗੋਂ ਤੋਂ ਇੱਕ ਸਲੋਗਨ ਚੱਲਦਾ ਆ ਰਿਹਾ, ਮੋਦੀ ਤੂੰ ਪੰਗਾ ਗਲਤ ਥਾਂ ਤੇ ਲੈ ਰਿਹਾ, ਪੰਜਾਬ ਨਾਲ ਲੈ ਲਿਆ, ਉਹ ਅਸੀਂ ਪੰਜਾਬ ਵਾਲਿਆਂ ਨੇ ਸਾਬਤ ਕਰਤਾ। ਜਿਹੜਾ ਬੀਜੇਪੀ ਖੱਟੜ ਸਰਕਾਰ ਨੇ ਅਨਾਉਂਸ ਕੀਤਾ ਸੀਗਾ ਵੀ ਅਸੀਂ ਇਹਨਾਂ ਨੂੰ, ਕਿਸਾਨਾਂ ਨੂੰ ਹਰਿਆਣੇ ਦੇ ਵਿੱਚੋਂ ਲੰਘਣ ਨਹੀਂ ਦੇਵਾਂਗੇ, ਇਹਨਾਂ ਨੇ ਵੱਖ-ਵੱਖ ਬਾਰਡਰਾਂ ਦੇ ਉੱਤੇ ਰੋਕਾਂ ਲਾਈਆਂ ਔਰ ਉੱਥੇ ਸਾਡੇ ਪੰਜਾਬੀ ਕਿਸਾਨ ਪਹੁੰਚੇ। ਜੋ ਟਾਰਗੇਟ ਸੀਗਾ ਸਾਡਾ, ਕਾਲ ਸੀਗੀ 26-27 ਨੂੰ ਦਿੱਲੀ ਵਾਸਤੇ, ਔਰ ਜੋ ਕੁਝ ਵੀ ਹੋਇਆ, ਜਿੱਦਾਂ ਬਾਰਡਰ ਟੁੱਟੇ, ਉਹ ਸਾਰੇ ਤੁਹਾਡੇ ਸਾਹਮਣੇ ਆ। ਇਹ ਜਜ਼ਬਾ ਆ ਸਾਡੇ ਹੱਕਾਂ ਵਾਸਤੇ ਲੈਣ ਵਾਸਤੇ, ਕਿਉਂਕਿ ਇੱਕ ਉਹ ਇਹ ਕਾਨੂੰਨ ਨੇ ਜਿਹੜੇ ਧੱਕੇ ਦੇ ਨਾਲ ਲੀਗਲ ਤਰੀਕੇ ਤੇ ਸਾਡੇ ਜ਼ਮੀਨਾਂ ਦੇ ਉੱਤੇ ਕਬਜ਼ਾ ਕੀਤਾ ਜਾਣਾ ਆ, ਜਿਹੜਾ ਸਾਨੂੰ ਕਿਸੇ ਵੀ ਕਿਸਾਨ ਨੂੰ ਮਨਜ਼ੂਰ ਨਹੀਂ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਗੁਲਾਮ ਹੋਈਏ। ਅੱਜ ਅਸੀਂ ਨਿਕਲੇ ਆ। ਪਹਿਲਾਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਪ੍ਰੋਟੈਸਟ ਕੀਤਾ, ਲੇਕਿਨ ਸਰਕਾਰ ਦੇ ਕੋਈ ਜੂੰ ਨਹੀਂ ਸਰਕੀ। ਅੱਜ ਜੇ ਆਏ ਆ, ਅਜੇ ਵੀ ਸ਼ਾਂਤਮਈ ਢੰਗ ਦੇ ਨਾਲ ਆਏ ਆ। ਇਹਨਾਂ ਨੂੰ ਅਜੇ ਇਹ ਸਰਕਾਰ ਨੂੰ ਜਾਣ ਜਾਣਾ ਚਾਹੀਦਾ ਆ ਕਿ ਅਜੇ ਤੇ ਇਹ ਗਾਣੇ ਚੱਲਦੇ ਪਏ ਆ ਕਿ ਜੇ ਸਾਡੀ ਸਾਡੀ ਜ਼ਮੀਨ 'ਚ ਪੈਰ ਪੈ ਗਿਆ ਤੇ ਉਹ ਵੱਢਾਂਗੇ। ਅੱਜ ਤੇਰੇ ਘਰ ਤੇ ਚੜ੍ਹ ਕੇ ਆਏ ਆ, ਔਰ ਜਿੱਦਾਂ ਕਿਸਾਨਾਂ ਨੇ ਇਹਨਾਂ ਦੇ ਨਾਕੇਬੰਦੀ ਤੋੜੀ ਆ ਉਹਦੇ ਤੋਂ ਇਹ ਸਬਕ ਲੈ ਲੈਣ। ਨਹੀਂ ਤੇ ਅੱਜ ਅਸੀਂ ਦਿੱਲੀ ਦੇ ਬੈਠੇ ਆ, ਹਿੱਕ ਤੇ ਚੜ੍ਹ ਗਏ ਆ ਤੇ ਸਿਰ ਭੰਨਦਿਆਂ ਟਾਈਮ ਨਹੀਂ ਲੱਗਣਾ। ਇਹਦੀਆਂ ਐਗਜ਼ਾਮਪਲਾਂ ਸਾਡੇ ਨੌਜਵਾਨ ਕਿਸਾਨ ਜਥੇਬੰਦੀਆਂ ਦੇ ਚੁੱਕੀਆਂ ਨੇ। ਇੰਦਰ, ਤੁਹਾਡੇ ਤੋਂ ਜਾਣਨਾ ਚਾਹਾਂਗੇ ਉਹ ਪਲ ਜਦੋਂ ਤੁਸੀਂ ਇਹ ਹੌਸਲੇ ਭਰਿਆ ਕੰਮ ਕੀਤਾ ਤੇ ਇੱਕ ਰਾਹ ਪੱਧਰਾ ਕੀਤਾ, ਉਹ ਸਾਰਾ ਮੰਜ਼ਰ ਤੁਸੀਂ ਆਪ ਬਿਆਨ ਕਰੋ ਕਿ ਕਿਸ ਤਰੀਕੇ ਨਾਲ ਹੋਇਆ ਤੇ ਤੁਹਾਨੂੰ ਉਸ ਤਰ੍ਹਾਂ ਦਾ ਕਦੋਂ ਕਿ ਤੁਹਾਨੂੰ ਉੱਥੇ ਕਿੱਦਾਂ ਦਾ ਫੀਲ ਹੋ ਰਿਹਾ ਸੀ ਉਦੋਂ? ਜਦੋਂ ਅਸੀਂ ਗੁਰਦਾਸਪੁਰ ਤੋਂ ਚੱਲੇ 25 ਤਰੀਕ ਨੂੰ ਰਾਤ 12 ਵਜੇ, ਤਕਰੀਬਨ 4:30 ਵਜੇ ਸ਼ੰਭੂ ਮੋਰਚੇ ਤੇ ਪਹੁੰਚ ਗਏ। ਤੇ ਜਦੋਂ ਉੱਥੇ ਆਏ ਤੇ ਰੋਕ ਲੱਗੀ ਹੋਈ ਸੀਗੀ, ਅੱਗੇ ਜਾਣ ਤੋਂ ਰੋਕ ਦਿੱਤਾ। ਆਪਾਂ ਵੀ ਉੱਥੇ 2-3 ਘੰਟੇ ਰੈਸਟ ਕੀਤੀ। ਉਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰਤੀ, ਜਿੱਦਾਂ ਨੌਜਵਾਨ ਉੱਥੇ ਵੀਰ ਵੱਧਦੇ ਗਏ, ਸੰਗਤ ਵੱਧਦੀ ਗਈ ਅੱਗੇ ਵਧਣ ਵਾਸਤੇ। ਸਾਡਾ ਟਾਰਗੇਟ ਸੀਗਾ ਕਿ ਦਿੱਲੀ ਤੱਕ ਪਹੁੰਚਣਾ, ਚਾਹੇ ਜਿੱਦਾਂ ਮਰਜ਼ੀ ਪਹੁੰਚਿਆ ਜਾਵੇ। ਪਹਿਲਾਂ ਉੱਥੇ ਦੇ ਉਹਨਾਂ ਨੇ 3-4 ਲਾਈਨਾਂ ਲਾਈਆਂ ਸੀਗੀਆਂ ਇਦਾਂ ਦੀਆਂ ਪੱਥਰਾਂ ਦੀਆਂ ਕਿ ਜਿਹੜੇ ਕੋਈ 10 ਬੰਦੇ ਵੀ ਉਹਨੂੰ ਚੁੱਕ ਕੇ ਪਰੇ ਨਹੀਂ ਸੀ ਕਰ ਸਕਦੇ, ਔਰ ਜਿਗ-ਜੈਗ ਸ਼ੇਪ ਦੇ ਵਿੱਚ ਉੱਤੇ ਮੋਟੇ ਸੰਗਲ ਮਾਰ ਕੇ ਤਾਲੇ ਮਾਰੇ ਹੋਏ ਸੀਗੇ ਵੀ ਤੋੜਨੇ ਵੀ ਬਹੁਤ ਮੁਸ਼ਕਲ ਸੀਗੇ। ਪਰ ਕੁਝ ਨਾ ਕੁਝ ਪਹਿਲਾਂ ਵੀ ਸਾਡੇ ਦਿਮਾਗ 'ਚ ਸੀਗਾ ਕਿ ਇਹਨਾਂ ਨੇ ਰੋਕਾਂ ਕਿੱਦਾਂ ਦੀਆਂ ਲਾਣੀਆਂ ਨੇ। ਸਾਡੇ ਕੋਲ ਥੋੜਾ ਸੈਣੀ ਆਲਰੇਡੀ ਸੀਗਾ, ਉਹ ਅਸੀਂ ਸੰਗਲ ਤੋੜਨ 'ਚ ਕਾਮਯਾਬ ਹੋਏ। ਪੱਥਰ ਚੁੱਕੇ, ਇਹਨਾਂ ਨੇ ਪਾਣੀ ਦੀਆਂ ਵਿਛਾੜਾਂ ਕੀਤੀਆਂ, ਅਥਰੂ ਗੈਸ ਦੇ ਗੋਲੇ ਚਲਾਏ ਗਏ, ਜਿਹਦੇ ਵਿੱਚ ਮੈਂ ਖੁਦ ਵੀ ਉਹਦਾ ਸ਼ਿਕਾਰ ਹੋ ਗਿਆ, ਉਹ ਡਿੱਗ ਗਿਆ ਸੀਗਾ। ਆਮ ਲੋਕਾਂ ਨੇ ਚੁੱਕ ਕੇ ਬਾਹਰ ਖੜਿਆ। ਤਕਰੀਬਨ 2.5 ਤੋਂ 3 ਘੰਟੇ ਉੱਥੇ ਇਹ ਕੰਮ ਚੱਲਿਆ ਸਾਰਾ।
9:30 ਵਜੇ ਸ਼ੁਰੂ ਹੋਇਆ, 12:30 ਵਜੇ ਤੱਕ ਇਹ ਕੰਮ ਹੋਇਆ। ਜਦੋਂ ਅਸੀਂ ਗੰਦਾ ਪਾਣੀ, ਇੱਕ ਤਾਂ ਜਦੋਂ ਇਹ ਪਾਣੀ ਦਾ ਵਿਛਾੜ ਕਰਦੇ ਸੀਗੇ ਤੇ ਥੱਲੇ ਘੱਗਰ ਦਰਿਆ ਦੇ ਵਿੱਚੋਂ ਇਹਨਾਂ ਨੇ ਗੰਦਾ ਪਾਣੀ ਦੀ ਸਪਲਾਈ ਵਾਟਰ ਕੈਨਨ ਤੱਕ ਲੈਣ ਦੀ, ਔਰ ਉਹੋ ਹੀ ਸਾਰੇ ਕਿਸਾਨਾਂ ਦੇ ਉੱਤੇ ਸੁੱਟਦੇ ਪਏ ਸੀਗੇ। ਫਿਰ ਜਦੋਂ ਤੁਸੀਂ ਦੇਖਿਆ ਹੋਣਾ ਕਿ ਜਦੋਂ ਲੋਹੇ ਦੇ ਬੈਰੀਕੇਡ ਪੁਲ ਤੋਂ ਥੱਲੇ ਸੁੱਟੇ ਗਏ, ਉਹਨਾਂ ਦੇ ਜੋੜ ਇੰਨੇ ਕੁ ਵਧੀਆ ਤਰੀਕੇ ਨਾਲ ਲਾਏ ਗਏ ਸੀਗੇ ਵੀ ਉਹ ਤੋੜਨੇ ਬਹੁਤ ਹੀ ਮੁਸ਼ਕਲ ਸੀ। ਤੇ ਜਦੋਂ ਅਸੀਂ ਉਹਨਾਂ ਨੂੰ ਤੋੜਦੇ ਸੀ, ਜਾਂ ਤੇ ਅੱਗੋਂ ਡਾਂਗਾ ਚਲਾਉਂਦੇ ਸੀਗੇ ਜਾਂ ਥਰੂ ਗੈਸ ਦੇ ਗੋਲੇ ਸੁੱਟ ਦਿੰਦੇ ਸੀਗੇ। ਤੇ ਇਦਾਂ ਹੀ ਹੋਇਆ ਕਿ 4-5 ਬੈਰੀਕੇਡ ਇਕੱਠੇ ਸਾਰੇ ਵੀਰਾਂ ਨੇ ਹਮਲਾ ਮਾਰ ਕੇ ਚੁੱਕ ਕੇ ਪੁਲ ਤੋਂ ਥੱਲੇ ਸੁੱਟਣ ਲੱਗੇ, ਤੇ ਇਹਨਾਂ ਨੇ ਥੱਲੋਂ ਪੈਰਾਂ ਦੇ ਵਿੱਚ ਹੌਲੀ ਜਿਹੀ ਨਾ ਕਰਕੇ ਆਪਣਾ ਥਰੂ ਗੈਸ ਦਾ ਗੋਲਾ ਸੁੱਟਤਾ। ਉੱਥੋਂ ਜਿੰਨੇ ਵੀ ਸੀਗੇ ਤਕਰੀਬਨ 10-15 ਆਪਣੇ ਵੀਰ ਸਾਰੇ ਉਹਦੇ ਚਪੇਟ ਵਿੱਚ ਆ ਕੇ ਨਾਲ ਦੀ ਨਾਲ ਡਿੱਗ ਗਏ। ਤੇ ਫਿਰ ਇਸ ਤੋਂ ਬਾਅਦ ਜਦੋਂ ਆਪਾਂ ਅੱਗੇ ਵਧੇ, ਪੁਲਿਸ ਦਾ ਘੇਰਾ ਸੀਗਾ, ਭਾਰੀ ਲਾਠੀ ਚਾਰਜ ਇਹਨਾਂ ਨੇ ਕੀਤਾ। ਸਾਡੇ ਵੀ ਮੇਰੇ ਵੀ ਮੋਢੇ ਦੇ ਉੱਤੇ ਸੱਟ ਲੱਗੀ ਆ ਤੇ ਹੋਰ ਵੀ ਸਾਰੇ ਵੀਰਾਂ ਦੇ ਗੁੱਝੀਆਂ ਸੱਟਾਂ ਲੱਗੀਆਂ। ਜਦੋਂ ਉਹ ਵੀ ਤੋੜਨ 'ਚ ਕਾਮਯਾਬ ਹੋ ਗਏ ਨਾ, ਫਿਰ ਵੱਡੀ ਮੁਸ਼ਕਲ ਆ ਗਈ ਕਿ ਅੱਗੇ ਇਹਨਾਂ ਨੇ ਟਰੱਕ ਖੜੇ ਕਰਤੇ 4-5 ਲਿਆ ਕੇ। ਇੱਥੇ ਤੁਸੀਂ ਜਿਹੜਾ ਕਿ ਸਵਾਰ ਹੁੰਨੇ ਹੋ ਤੇ ਉਹ ਟਰੱਕ ਨੂੰ ਪਾਸੇ ਕਰ ਬਿਲਕੁਲ ਜੀ ਬਿਲਕੁਲ। ਜਦੋਂ ਟਰੱਕ ਦੇ ਆਪਾਂ ਦੇਖੇ, ਪਹਿਲੇ ਟਰੱਕ ਨੂੰ ਅਸੀਂ ਇੰਨੇ ਕੁ ਸਾਰੇ ਪੈ ਗਏ ਉਸ਼ਾਹ ਦੇ ਨਾਲ ਕਿ ਉਹਨੂੰ ਹਿਲਾ ਕੇ ਉਹਦੀ ਜਗ੍ਹਾ ਤੋਂ ਆਪਾਂ ਪਿੱਛੇ ਕਰਤਾ ਤੇ ਇੱਕ ਆਰਾਮ ਨਾਲ ਰਾਹ ਬਣ ਗਿਆ ਕਿ ਟਰਾਲੀ ਲੰਘ ਜੇ। ਜਿਸ ਟਰੱਕ ਦੀ ਮੇਰੀ ਵੀਡੀਓ ਵਾਇਰਲ ਹੁੰਦੀ ਆ, 2 ਨੰਬਰ ਤੇ ਟਰੱਕ ਖੜਾ ਸੀਗਾ ਔਰ ਵੱਡਾ ਟ੍ਰੇਲਰ ਹੀ ਉੱਤੇ ਉਹਨਾਂ ਨੇ ਪਰਲੂ ਲੋਡ ਕੀਤਾ ਹੋਇਆ ਸੀਗਾ, ਰੋਡ ਲੋਰਲ। ਤੇ ਜਦੋਂ ਉਹਦੀ ਮੈਂ ਬਾਰੀ ਖੋਲ ਕੇ ਦੇਖੀ ਤੇ ਉਹਦੇ ਵਿੱਚ ਨਾ ਚਾਬੀ ਲੱਗੀ ਹੋਈ ਸੀਗੀ। ਮੈਂ ਹੌਸਲਾ ਕਰਕੇ ਜਕਾਰਾ ਛੱਡਿਆ ਤੇ ਅਸੀਂ ਟਰੱਕ ਤੇ ਚੜ੍ਹ ਕੇ, ਡਰਾਈਵਿੰਗ ਆਉਂਦੀ ਸੀਗੀ ਤੇ ਪਿੱਛੇ ਨੂੰ ਲਾ ਕੇ ਉਹਨੂੰ ਧੱਕਾ ਤੇ ਕਰਤਾ ਜੀ ਸਾਈਡ ਤੇ ਪੁਲਿਸ ਵਾਲਿਆਂ ਨੇ ਬਹੁਤ ਕੋਸ਼ਿਸ਼ ਕੀਤੀ। ਖੱਬੀ ਬਾਰੀ ਤੋਂ ਚੜ੍ਹ ਕੇ ਕੁਝ ਮੁਲਾਜ਼ਮ ਉਹਨਾਂ ਨੇ ਤੇ ਮਾਰ ਕੇ ਡਾਂਗਾ ਖੱਬੀ ਬਾਂਹ ਦਾ ਤੇ ਪੂਰੀ ਤਸੱਲੀ ਨਾਲ ਕਰਦੇ, ਕਹਿੰਦੇ ਉੱਤਰ। ਮੈਂ ਮਾਰੋ ਰੱਜ ਕੇ ਜਿੰਨਾ ਕੁ ਮਾਰਿਆ ਜਾਂਦਾ, ਤੁਹਾਡਾ ਕੰਮ ਮਾਰਨਾ, ਮੇਰਾ ਕੰਮ ਹੈ ਇਹਨੂੰ ਕਲੀਅਰ ਕਰਨਾ। ਤੇ ਸੱਜੀ ਬਾਰੀ ਤੋਂ ਉਹਨਾਂ ਨੇ ਕੋਸ਼ਿਸ਼ ਕੀਤੀ ਬਾਰ-ਬਾਰ ਕੱਢ ਕੇ ਇਹਨੂੰ ਬਾਹਰ ਲਿਆਈਏ, ਪਰ ਜਿਹੜਾ ਮੇਰਾ ਟਾਰਗੇਟ ਸੀਗਾ, ਜੋ ਮੈਂ ਧਿਆ ਕੇ ਚੜਿਆ ਸੀਗਾ, ਉਹਨੂੰ ਕਰਨ 'ਚ ਕਾਮਯਾਬ ਰਿਹਾ। ਉਸ ਤੋਂ ਬਾਅਦ ਉਹ ਗੱਲ ਆ ਗਈ ਜੰਪ ਕਰਨ ਦੀ। ਇਹਨਾਂ ਦੀ ਕੋਸ਼ਿਸ਼ ਸੀ ਵੀ ਕਿਸੇ ਤਰ੍ਹਾਂ ਕੱਢ ਕੇ ਇਹਨੂੰ ਆਪਣੀ ਚਪੇਟ 'ਚ ਲਈਏ, ਪਰ ਮੇਰਾ ਟਾਰਗੇਟ ਸੀਗਾ ਕਿ ਮੈਂ ਇਹਨਾਂ ਦੇ ਹੱਥ ਨਹੀਂ ਆਣਾ, ਇਹਨਾਂ ਤੋਂ ਬਚ ਕੇ ਨਿਕਲਣਾ ਕਿਸੇ ਤਰ੍ਹਾਂ। ਤੇ ਫਿਰ ਉਹ ਇਹਨਾਂ ਤੋਂ ਜੰਪ ਕਰਕੇ ਮੈਂ ਇਹਨਾਂ ਨੂੰ ਕਲੀਅਰ ਕਰਕੇ ਇਹਨਾਂ ਦੇ ਉੱਪਰ ਹੀ ਛਾਲ ਮਾਰਦੀ। ਸੋ ਬੜਾ ਛੋਟਾ ਜਿਹਾ ਮੂਵਮੈਂਟ ਆ, ਲੇਕਿਨ ਬਹੁਤ ਹੀ ਸਿਆਣਪ ਦੇ ਨਾਲ ਇੰਦਰ ਨੇ ਉਹ ਸਾਰਾ ਕੁਝ ਦੇਖਿਆ ਤੇ ਪਾਸੇ ਕੀਤਾ ਰੋਡ। ਇੰਦਰ, ਇਹ ਅੜਚਨ ਕੋਈ ਇੱਕ ਨਹੀਂ ਹੈਗੀ, ਅੜਚਨਾ ਕਈ ਨੇ, ਅੱਗੇ ਵੀ ਬਹੁਤ ਵੱਡਾ ਜਿਹੜਾ ਕਿ ਸਖਤਾਈ ਕੀਤੀ ਹੋਈ ਆ। ਕੱਲ ਵੀ ਇੱਥੇ ਬਹੁਤ ਕੁਝ ਹੋਇਆ। ਜਦੋਂ ਅਜਿਹਾ ਵਤੀਰਾ ਸਰਕਾਰਾਂ ਕਰ ਰਹੀਆਂ ਨੇ ਤਾਂ ਉਹਨਾਂ ਬਾਰੇ, ਨੌਜਵਾਨਾਂ ਨਾਲ ਜੋ ਹੋ ਰਿਹਾ ਆ ਜਾਂ ਕਿਸਾਨਾਂ ਨਾਲ ਹੋ ਰਿਹਾ, ਇਸ ਦੇ ਬਾਰੇ ਕੀ ਕਹਿਣਾ ਆ? ਜੀ ਤੁਸੀਂ ਆਪ ਹੀ ਦੇਖ ਲਓ ਕਿ ਉੱਥੇ ਤਕਰੀਬਨ ਸਿਰਫ 60 ਤੋਂ 70 ਨੌਜਵਾਨ ਸੀਗੇ ਜਿਨ੍ਹਾਂ ਨੇ ਇਹ ਸਾਰਾ ਕਾਰਾ ਕੀਤਾ। ਔਰ ਦੂਸਰੇ ਪਾਸੇ ਰੋਕ ਕੌਣ ਰਿਹਾ ਸੀਗਾ? ਇੱਕ ਮਿਲਟਰੀ ਪੈਰਾਫੋਰਸ, ਪੰਜਾਬ ਹਰਿਆਣੇ ਦੀ ਪੁਲਿਸ ਪ੍ਰਸ਼ਾਸਨ, ਔਰ ਸਾਰੇ ਇਹ ਰੋਕਣ ਵਾਸਤੇ ਸੀਗੇ। ਪਰ ਉਹਨਾਂ ਨੂੰ ਇਹ ਨਹੀਂ ਸੀਗਾ ਪਤਾ ਕਿ ਇੱਧਰੋਂ ਅਕਾਲ ਪੁਰਖ ਦੀ ਫੌਜ ਆ ਰਹੀ ਆ, ਜਿਹੜੇ ਸਿਰ ਹਮੇਸ਼ਾ ਸਿਰ ਆਪਣੀ ਤਲੀ ਦੇ ਰੱਖ ਕੇ ਮਰਨ ਵਾਸਤੇ ਜਾਂਦੇ ਨੇ। ਇੰਦਰ, ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਇੱਥੇ ਬੜੀਆਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਸੰਘਰਸ਼ ਨੂੰ ਫੇਲ ਕਰਨ ਦੇ ਲਈ। ਸ਼ਰਾਰਤੀ ਤੱਤ ਕਿਹਾ ਜਾ ਰਿਹਾ ਆ ਜਾਂ ਇੱਕ ਧਰਮ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਆ। ਨੌਜਵਾਨਾਂ ਨੂੰ ਮੈਂ ਹਮੇਸ਼ਾ ਇੱਕੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਪਿਛਲੇ ਅੱਜ ਲਗਭਗ 55 ਦਿਨ ਹੋ ਗਏ ਆ ਜਦੋਂ ਤੋਂ ਇਹ ਪ੍ਰੋਟੈਸਟ ਚੱਲਦਾ ਪਿਆ। ਅਸੀਂ ਵੀ ਗੁਰਦਾਸਪੁਰ ਤੋਂ ਪਠਾਨਕੋਟ ਹਾਈਵੇ ਟੋਲ ਪਲਾਜ਼ਾ ਬੰਦ ਕੀਤਾ ਹੋਇਆ, ਉੱਥੇ ਲਗਾਤਾਰ ਨੌਜਵਾਨਾਂ ਨੇ ਆਪਣਾ ਮੋਰਚਾ ਸਾਂਭਿਆ ਹੋਇਆ। ਔਰ ਉੱਥੇ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਪਹਿਲ ਕਦਮੀ ਕੀਤੀ ਸੀਗੀ ਕਿ ਕੀਰਤਨ ਸਮਾਗਮ ਸ਼ੁਰੂ ਕਰਵਾਏ, ਔਰ ਬੜੇ ਡਿਸਪਲਿਨ ਦੇ ਨਾਲ ਕੰਮ ਚੱਲਦਾ ਪਿਆ। ਇਸੇ ਤਰ੍ਹਾਂ ਮੈਂ ਸਾਰੇ ਹੀ ਵੀਰਾਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹ ਕੋਈ ਧਾਰਮਿਕ ਮੁੱਦਾ ਨਹੀਂ ਹੈਗਾ, ਇਹ ਕਿਸਾਨੀ ਮੁੱਦਾ, ਸਾਂਝਾ ਮੁੱਦਾ ਆ। ਹਰੇਕ ਧਰਮ ਦਾ ਕਿਸਾਨ ਆ, ਸਾਰੇ ਰਲ ਮਿਲ ਕੇ ਚੱਲਣ, ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕੀਤੀ ਜਾਵੇ। ਨੌਜਵਾਨਾਂ ਨੂੰ ਇੱਕੋ ਬੇਨਤੀ ਕਰਾਂਗਾ, ਜਿਹੜੇ ਹੁਣ ਵੀ ਘਰਾਂ ਦੇ ਵਿੱਚ ਬੈਠੇ ਆ, ਉਹ ਘਰਾਂ ਦੇ ਵਿੱਚੋਂ ਨਿਕਲ ਆਓ, ਕਿਉਂਕਿ ਸਾਡੇ ਹੱਕਾਂ ਦੀ ਗੱਲ ਆ। ਅਸੀਂ ਆਪਣੇ ਅੱਗੇ ਆਉਣ ਵਾਲੀ ਜ਼ਿੰਦਗੀ ਹੰਡਾਣੀ ਆ। ਜੇ ਬਜ਼ੁਰਗ ਸਾਡੇ ਵਾਸਤੇ ਅੱਜ ਸੜਕਾਂ 'ਤੇ ਨਿਕਲੇ ਆ, ਉਹ ਸਾਡੀ ਜਵਾਨੀ ਬਾਰੇ ਸੋਚਦੇ ਪਏ, ਪੰਜਾਬ ਦੇ ਬਾਰੇ ਸੋਚਦੇ ਪਏ, ਜਿਸ ਤਰ੍ਹਾਂ ਹਰੇਕ ਮਾਪਿਓ ਆਪਣੇ ਪੁੱਤ ਦੇ ਬਾਰੇ ਸੋਚਦਾ। ਤੇ ਆਉਣ ਵਾਲਾ ਸਮਾਂ ਅਸੀਂ ਹੰਡਾਣਾ ਆ। ਨੌਜਵਾਨਾਂ ਨੂੰ ਇਹੋ ਹੀ ਕਹਾਂਗਾ ਵੀ ਜੇ ਅੱਜ ਇਹ ਗੁਲਾਮੀ ਸਾਡੇ ਗਲ ਪੈ ਗਈ, ਤੇ ਅੱਗੇ ਵੀ ਤੁਸੀਂ ਪਿੱਛੇ ਪੜਿਆ ਵੀ ਕਿੰਨਾ ਲੰਮਾ ਸਮਾਂ ਲੱਗ ਗਿਆ ਸਾਨੂੰ ਗੁਲਾਮੀ ਲਾਹਣ ਦੇ ਵਿੱਚ, ਕਿੰਨੀਆਂ ਕੁਰਬਾਨੀਆਂ ਹੋਈਆਂ, ਕਿੰਨੀਆਂ ਸ਼ਹੀਦੀਆਂ ਹੋਈਆਂ। ਤੇ ਜੇ ਅੱਜ ਤੁਸੀਂ ਕਰ ਤੁਹਾਡੇ ਕੋਲ ਆਸੇ-ਪਾਸੇ ਕੋਈ ਸ਼ਰਾਰਤੀ ਤੱਤ ਨਜ਼ਰ ਆਉਂਦਾ ਆ ਤਾਂ ਉਸ ਤੋਂ ਸੁਚੇਤ ਰਹੋ, ਤਾਂ ਜੋ ਇਹ ਸੰਘਰਸ਼ ਨੂੰ ਕੋਈ ਵੱਖਰਾ ਰੂਪ ਦੇ ਕੇ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਸਿਆਸੀ ਜੋ ਪੈਂਤੜੇ ਖੇਡੇ ਜਾ ਰਹੇ ਨੇ ਉਹ ਕਾਮਯਾਬ ਨਾ ਹੋ ਸਕਣ। ਮੈਂ ਸੁਰਖਾਬ ਆਪਣੇ ਸਹਿਯੋਗੀ ਤਲਵੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਕੁੰਡਲੀ ਬਾਰਡਰ।